ਹੁਣ ਪੂਰੇ ਹੋਣੇ ਜੇ ਸੁਪਨੇ ਸਜਾਏ ਤੂੰ। ਦੇਖਿਆ ਖੁਦਾ ਨੇ ਕਿੰਨੇ ਅਥਰੂ ਬਹਾਏ ਤੂੰ। ਦੇਖਿਆ ਖੁਦਾ ਨੇ ਕਿੰਨੇ ਅਥਰੂ ਬਹਾਏ ਤੂੰ। ਹੁਣ ਪੂਰੇ ਹੋਣੇ ਜਿੰਨੇ ਸੁਪਨੇ ਸਜਾਏ ਤੂੰ। ਹੁਣ ਪੂਰੇ ਹੋਣੇ ਜੇ ਸੁਪਨੇ ਸਜਾਏ ਤੂੰ। ਉਹ ਦਿਲ ਖੁਸ਼ੀਆਂ ਦੇ ਗੀਤ ਗਾਵੇਗਾ।
ਦੇਸ਼ਾਂ ਦੇ ਵਿੱਚ, ਕਈ ਮੁਲਕਾਂ ਦੇ ਵਿੱਚ ਆਤਮਾ ਦੀ ਨਦੀ ਬਹਿ ਰਹੀ ਹੈ। ਉਸ ਆਤਮਾ ਦੀ ਨਦੀ ਦੇ ਵਿੱਚ ਤੁਸੀਂ ਮਿਸ ਨਾ ਕਰਨਾ। ਤੁਸੀਂ ਵੀ ਮਨ ਦੇ ਅੰਦਰ ਇਹੀ ਪਿਆਸ ਰੱਖਣਾ, ਇਸ ਆਤਮਾ ਦੀ ਨਦੀ ਦੇ ਵਿੱਚ ਮੈਂ ਵੀ ਕੂਦਣਾ ਚਾਹੁੰਦਾ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਅੱਜ ਅਸੀਂ ਖੁਦਾ ਦੇ ਵਚਨ ਚੋਂ ਸੁਣਾਂਗੇ ਦੀਵੇ ਦੇ ਬਾਰੇ, ਜਾਂ ਇੰਗਲਿਸ਼ 'ਚ ਕਿਹਾ ਗਿਆ ਲੈਂਪ। ਪਵਿੱਤਰ ਬਾਈਬਲ ਦੇ ਵਿੱਚ ਦੀਵੇ ਦਾ ਕੀ ਅਰਥ ਹੈ, ਉਸ ਦੇ ਬਾਰੇ ਅਸੀਂ ਵਚਨ ਨੂੰ ਦੇਖਾਂਗੇ। ਲੇਕਿਨ ਪਹਿਲਾਂ ਅਸੀਂ ਪੜ੍ਹੀਏ ਲੂਕਾ ਦੀ ਇੰਜੀਲ 12 ਬਾਬ ਔਰ ਉਸ ਦੀ 35 ਆਇਤ ਨੂੰ ਪੜਾਂਗੇ। ਦ ਗੋਸਪਲ ਅਕੋਰਡਿੰਗ ਟੂ ਲੂਕ ਚੈਪਟਰ 12 ਵਰਸ 35। ਲੂਕਾ ਦੀ ਇੰਜੀਲ 12 ਬਾਬ ਔਰ ਉਸ ਦੀ 35 ਆਇਤ ਨੂੰ ਪੜੋ। ਤੁਹਾਡੇ ਲੱਕ ਬੰਨੇ ਰਹਿਣ, ਤੁਹਾਡੇ ਲੱਕ ਬੰਨੇ ਔਰ ਦੀਵੇ ਬਲਦੇ ਰਹਿਣ। ਲਿਖਿਆ ਤੁਹਾਡੇ ਲੱਕ ਬੰਨੇ ਅਤੇ ਦੀਵੇ ਬਲਦੇ ਰਹਿਣ। हाँ, जो एक बारी पढ़ ले फिर अगली बारी ना पढ़ना, ठीक है? वारी वारी से मौका देना। लिखा तुहाडे लक बन्ने रहन और दीवे बलदे रहन। सारे सायतों पीछे बोलांगे तुहाडे लक बन्ने रहन, ਤੁਹਾਡੇ ਲੱਕ ਬੰਨੇ ਰਹਿਣ और दीवे बलदे रहन। ਔਰ ਦੀਵੇ ਬਲਦੇ ਰਹਿਣ। हालेलुया, हालेलुया। परमेश्वर दा वचन सानू सिखा रहा है तुहाडे लक बन्ने रहन और दीवे बलदे रहन। यह केड़ा दीवा है? खुदा दे वचन दे अनुसार ਕਿਹੜਾ ਦੀਵਾ ਸਾਨੂੰ ਅੱਜ ਚੇਤਾਵਨੀ ਦੇ ਰਿਹਾ ਕਿ ਤੁਸੀਂ ਇਸ ਦੀਵੇ ਦੇ ਬਾਰੇ ਧਿਆਨ ਕਰੀਏ। ਪਹਿਲੀ ਗੱਲ, ਪਰਮੇਸ਼ਰ ਦਾ ਵਚਨ ਇੱਕ ਦੀਵਾ ਹੈ। ਸਾਰੇ ਬੋਲਾਂਗੇ ਪਰਮੇਸ਼ਰ ਦਾ ਵਚਨ ਇੱਕ ਦੀਵਾ ਹੈ। ਪਰਮੇਸ਼ਰ ਦਾ ਵਚਨ ਇੱਕ ਦੀਵਾ ਹੈ। ਪਰਮੇਸ਼ਰ ਦਾ ਵਚਨ ਇੱਕ ਦੀਵਾ ਹੈ। ਪੜੋ ਜ਼ਬੂਰ 119 ਉਹਦੀ 105 ਆਇਤ ਨੂੰ ਅਸੀਂ ਪੜਾਂਗੇ। ਸਾਮਸ 119 ਵਰਸ 105। तेरा वचन मेरे पाँव के लिए दीपक और मेरे मार्ग के लिए उजियाला है। ਲਿਖਿਆ ਤੇਰਾ ਵਚਨ ਮੇਰੇ ਪੈਰਾਂ ਦੇ ਲਈ ਦੀਪਕ ਹੈ ਔਰ ਮੇਰੇ ਰਾਹਾਂ ਦੇ ਲਈ ਚਾਨਣ ਹੈ। ਉਜਿਆਲਾ ਹੈ। ਦੂਸਰੇ ਸ਼ਬਦਾਂ ਦੇ ਵਿੱਚ ਪਰਮੇਸ਼ਰ ਦਾ ਵਚਨ ਜੋ ਤੁਸੀਂ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੋਇਆ ਹੈ, ਇਹ ਖੁਦਾ ਦਾ ਵਚਨ ਇੱਕ ਦੀਵਾ ਹੈ। ਹਾਲੇਲੂਇਆ, ਹਾਲੇਲੂਇਆ। ਦੀਵੇ ਦਾ ਕੰਮ ਕੀ ਹੈ? ਦੀਵੇ ਦਾ ਕੰਮ ਹੈ ਰੋਸ਼ਨੀ ਦੇਣਾ। ਦੀਵੇ ਦਾ ਕੰਮ ਹੈ ਹਨੇਰੇ ਨੂੰ ਦੂਰ ਕਰਨਾ। ਦੀਵਾ ਜਦੋਂ ਬਲਦਾ ਹੈ ਉਹਦਾ ਮਤਲਬ ਹੈ ਅਸੀਂ ਚਾਨਣ ਦੇ ਵਿੱਚ ਹਾਂ, ਹਨੇਰੇ ਦੇ ਵਿੱਚ ਨਹੀਂ ਹਾਂ। ਲੇਕਿਨ ਖੁਦਾ ਦਾ ਵਚਨ ਕਹਿ ਰਿਹਾ ਹੈ ਪਰਮੇਸ਼ਰ ਦਾ ਕਲਾਮ ਇੱਕ ਦੀਵਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਕਲਾਮ ਨੂੰ ਜੋ ਕਿ ਇੱਕ ਦੀਵਾ ਹੈ ਬੁਝਾਣੇ ਦੀ ਕੋਸ਼ਿਸ਼ ਕੀਤੀ, ਬੁਝਿਆ ਨਹੀਂ, ਪਰ ਦੀਵਾ ਹੋਰ ਬਲਦਾ ਰਿਹਾ। हालेलुया। ਹਾਲੇਲੂਇਆ, ਹਾਲੇਲੂਇਆ। ਸੰਪੂਰਨ ਬਾਈਬਲ ਦੇ ਵਿੱਚ ਪਰਮੇਸ਼ਰ ਦੀ ਯੋਜਨਾ, ਪਰਮੇਸ਼ਰ ਦੇ ਵਾਅਦੇ ਜੋ ਤੁਹਾਡੇ ਲਈ ਔਰ ਮੇਰੇ ਲਈ ਹਨ, ਇਸ ਦਾ ਬਿਆਨ ਕਰਦਾ ਹੈ। ਸੰਪੂਰਨ ਬਾਈਬਲ ਪਵਿੱਤਰ ਸ਼ਾਸਤਰ ਪਰਮੇਸ਼ਰ ਦੇ ਪ੍ਰੇਰਨਾ ਦੇ ਦੁਆਰਾ ਲਿਖਿਆ ਗਿਆ ਹੈ। ਇਹ ਪਵਿੱਤਰ ਬਾਈਬਲ ਦੇ ਵਿੱਚ ਸ਼ਕਤੀ ਹੈ। ਖੁਦਾ ਦਾ ਵਚਨ ਕਹਿੰਦਾ ਹੈ ਪਵਿੱਤਰ ਕਲਾਮ ਪਰਮੇਸ਼ਰ ਦਾ ਵਚਨ ਸਾਨੂੰ ਸ਼ੁੱਧ ਕਰਦਾ ਹੈ। ਵਚਨ ਦੇ ਵਿੱਚ ਲਿਖਿਆ ਹੈ ਉਹ ਆਪਣੇ ਵਚਨ ਨੂੰ ਕੱਲ ਕੇ ਸਾਨੂੰ ਚੰਗਾ ਕਰਦਾ ਹੈ। ਕਲਾਮ ਜਾਂ ਖੁਦਾ ਦਾ ਵਚਨ ਜਿਹੜਾ ਹੈ ਇਸ ਪ੍ਰਕਾਰ ਦੇ ਨਾਲ ਬਿਆਨ ਕਰਦਾ ਹੈ ਕਿ ਯਹੋਨਾ 1:1 ਦੇ ਵਿੱਚ ਲਿਖਿਆ ਆਦ ਵਿੱਚ ਵਚਨ ਸੀ, ਵਚਨ ਪਰਮੇਸ਼ਵਰ ਦੇ ਸੰਗ ਸੀ ਔਰ ਵਚਨ ਹੀ ਪਰਮੇਸ਼ਵਰ ਸੀ ਔਰ ਉਹੀ ਵਚਨ ਦੇਹਧਾਰੀ ਹੋ ਕੇ ਸਾਡੇ ਵਿੱਚ ਡੇਰਾ ਕੀਤਾ। ਵਚਨ ਦੇਹਧਾਰੀ हुआ, ਅਰਥਾਤ ਉਹ ਵਚਨ ਕੌਣ ਸੀ? ਪ੍ਰਭੂ ਯੀਸ਼ੂ ਮਸੀਹ। ਹਾਲੇਲੂਇਆ, ਹਾਲੇਲੂਇਆ। ਜਦ ਪਰਮੇਸ਼ਵਰ ਨੇ ਦੇਖਿਆ ਕਿ ਹਨੇਰਾ ਸਾਰੀ ਦੁਨੀਆ ਦੇ ਵਿੱਚ ਹੈ, ਉਹ ਜਗਤ ਦਾ ਚਾਨਣ ਬਣ ਕੇ ਆਇਆ। ਜਦ ਉਸਨੇ ਵਚਨ ਦੇ ਵਿੱਚ ਲਿਖਿਆ ਉਹ ਜਗਤ ਦਾ ਚਾਨਣ ਹੈ, ਤਾਂ ਮੈਨੂੰ ਯਾਦ ਆਉਂਦਾ ਹੈ ਉਤਪਤੀ ਦੀ ਕਿਤਾਬ ਦੇ ਵਿੱਚ ਜਦ ਤੁਸੀਂ ਪਹਿਲੀ ਆਇਤ ਤੋਂ ਪੜ੍ਹਦੇ ਹੋ, ਲਿਖਿਆ ਆਦ ਵਿੱਚ ਪਰਮੇਸ਼ਵਰ ਨੇ ਆਕਾਸ਼ ਔਰ ਧਰਤੀ ਦੀ ਸ੍ਰਿਸ਼ਟੀ ਕੀਤੀ। ਫਿਰ ਦੂਸਰੇ ਆਇਤ ਵਿੱਚ ਲਿਖਿਆ ਧਰਤੀ ਬੇਡੋਲ ਔਰ ਸੁੰਜੀ ਸੀ ਔਰ ਸੁਨਸਾਨ ਸੀ। ਪੜੋ, ਅੱਗੇ ਪੜੋ। ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਂਦਾ ਸੀ। ਪੜੋ, ਅੱਗੇ ਆਇਤ ਨੂੰ ਪੜੋ। ਅਤੇ ਡੁੰਗਾਈਆਂ ਉੱਤੇ ਹਨੇਰਾ ਸੀ ਹਾਂ। ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀ। ਜਦ ਡੁੰਗਿਆਈਆਂ ਦੇ ਉੱਤੇ ਅੰਧੇਰਾ ਸੀ, ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ। ਪਾਣੀਆਂ ਦੇ ਉੱਤੇ ਮੰਡਲਾਂਦਾ ਸੀ। ਅੱਗੇ ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋਵੇ, ਚਾਨਣ ਹੋਵੇ, ਤਾਂ ਚਾਨਣ ਹੋ ਗਿਆ। ਤਾਂ ਚਾਨਣ ਹੋ ਗਿਆ। ਤਾਂ ਬਸ ਇਹਦਾ ਅਰਥ ਕੀ ਹੈ? ਪਰਮੇਸ਼ਰ ਨੇ ਜਦ ਦੇਖਿਆ ਕਿ ਅੰਧੇਰਾ ਹੈ, ਉਸਨੇ ਅੰਧੇਰੇ ਨੂੰ ਪਸੰਦ ਨਹੀਂ ਕੀਤਾ। ਪਰਮੇਸ਼ਰ ਨੇ ਕਿਹਾ ਚਾਨਣ ਹੋ, ਤਾਂ ਚਾਨਣ ਹੋ ਗਿਆ। ਹਾਲੇਲੂਇਆ। ਖੁਦਾ ਤੁਹਾਡੇ ਜੀਵਨ ਦੇ ਵਿੱਚ ਅੰਧੇਰੇ ਨੂੰ ਪਸੰਦ ਨਹੀਂ ਕਰਦਾ। ਉਹ ਬੋਲੇਗਾ ਚਾਨਣ ਹੋ, ਤਾਂ ਚਾਨਣ ਹੋਏਗਾ। हालेलुया। There are two types of word, the spoken word of God and the written word of God. ਪਰਮੇਸ਼ਰ ਦੇ ਦੁਆਰਾ ਕਹੇ ਹੋਏ ਵਚਨ ਹਨ
ਅਤੇ ਲਿਖੇ ਹੋਏ ਵਚਨ ਹਨ। ਲੇਕਿਨ ਖੁਦਾ ਦਾ ਵਚਨ ਦੋਨੋਂ ਤਰੀਕੇ ਦੇ ਨਾਲ ਸਾਨੂੰ ਸਮਝਾ ਰਿਹਾ ਹੈ, ਚਾਹੇ ਉਹ ਬੋਲੇ ਹੋਏ ਵਚਨ ਸਨ, ਚਾਹੇ ਲਿਖੇ ਹੋਏ ਵਚਨ ਸਨ, ਦੋਨੋਂ ਵਚਨਾਂ ਦੇ ਵਿੱਚ ਖੁਦਾ ਦੀ ਬੜੀ ਸ਼ਕਤੀ ਹੈ। ਯਰਮੀਆ ਨਬੀ ਨੂੰ ਜਦ ਪਰਮੇਸ਼ਰ ਨੇ ਚੁਣਿਆ ਸੀ, ਬੜੇ ਗੌਰ ਨਾਲ ਸੁਣਨਾ, ਯਰਮੀਆ ਪਹਿਲਾ ਬਾਬ ਦੇ ਵਿੱਚ ਇਸ ਪ੍ਰਕਾਰ ਨਾਲ ਕਹਿੰਦੇ, ਬੁੱਕ ਆਫ ਜਰਮਾਇਆ ਚੈਪਟਰ 1, ਉਸ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਹੋਇਆ ਹੈ, ਯਰਮੀਆ ਨੂੰ ਜਦ ਪਰਮੇਸ਼ਰ ਨੇ ਚੁਣਿਆ ਤਾਂ ਉਸ ਵਿੱਚ ਲਿਖਿਆ, ਪਰਮੇਸ਼ਰ ਨੇ ਯਰਮੀਆ ਨਬੀ ਨੂੰ ਕਿਹਾ, ਗਰਭ ਦੇ ਰਚਨ ਤੋਂ ਪਹਿਲਾਂ ਮੈਂ ਤੈਨੂੰ ਚੁਣ ਲਿਆ, ਮੈਂ ਤੈਨੂੰ ਚੁਣ ਲਿਆ। ਜਦ ਪਰਮੇਸ਼ਰ ਉਸ ਨੂੰ ਬਹੁਤ ਸਾਰੀਆਂ ਭੇਤਾਂ ਦੀਆਂ ਗੱਲਾਂ ਨੂੰ ਪ੍ਰਗਟ ਕਰ ਰਿਹਾ ਸੀ, ਉਹ ਕਹਿ ਰਿਹਾ ਸੀ, ਖੁਦਾਵੰਦਾ ਮੈਂ ਤਾਂ ਇੱਕ ਲੜਕਾ ਹਾਂ, ਮੈਂ ਬੋਲਣ ਦੇ ਵਿੱਚ ਨਿਪੁੰਨ ਨਹੀਂ। ਪਰਮੇਸ਼ਰ ਨੇ ਕਿਹਾ, ਤੂੰ ਆਪਣੇ ਆਪ ਨੂੰ ਲੜਕਾ ਨਹੀਂ ਕਹਿਣਾ, ਮੈਂ ਆਪਣੇ ਵਚਨ ਨੂੰ ਤੇਰੇ ਮੂੰਹ ਦੇ ਵਿੱਚ ਪਾਵਾਂਗਾ, मैं तेरे वचन नु मैं अपने वचन नु तेरे मुंह विच पावांगा, मैं अपने वचनों को तेरे मुंह में डालूंगा और तुझे राजाओं के सामने, हाकिमों के सामने तुझे खड़ा करूंगा। ਉਹਦਾ अर्थ ਕੀ ਸੀ? ਪਰਮੇਸ਼ਰ ਦਾ ਵਚਨ ਸਾਮਰਥੀ ਹੈ, ਸ਼ਕਤੀਸ਼ਾਲੀ ਹੈ। ਜਦ ਅਸੀਂ ਇਹਨਾਂ ਵਚਨਾਂ ਨੂੰ ਆਪਣੇ ਦਿਲ ਦੇ ਵਿੱਚ ਜਮ੍ਹਾਂ ਕਰਦੇ ਹਾਂ, ਸਾਨੂੰ ਪਤਾ ਲੱਗਦਾ ਹੈ ਇਹਦਾ ਸਾਮਰਥ ਕੀ ਹੈ। ਫਿਰ ਅਸੀਂ ਆਪਣੇ ਸ਼ਬਦਾਂ ਦੇ ਦੁਆਰਾ ਨਹੀਂ, ਪਰਮੇਸ਼ਰ ਦੇ ਦੁਆਰਾ ਦਿੱਤੇ ਹੋਏ ਸ਼ਬਦਾਂ ਦੇ ਦੁਆਰਾ ਬੋਲਦੇ ਹਾਂ। ਇਸ ਲਈ ਖੁਦਾ ਦਾ ਵਚਨ ਕਹਿੰਦਾ ਹੈ, ਜਦ ਤੁਸੀਂ ਬੋਲੋ ਤਾਂ ਐਸੇ ਬੋਲੋ ਮਾਨੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਬੋਲ ਰਹੇ ਹੋ, ਪਰਮੇਸ਼ਰ ਕੋਲੋਂ ਬਲ ਨੂੰ ਹਾਸਲ ਕਰਕੇ ਬੋਲ ਰਹੇ ਹੋ। ਜਦ ਤੁਸੀਂ ਸੇਵਾ ਕਰੋ ਤਾਂ ਐਸਾ ਕਰੋ ਜਿਵੇਂ ਤੁਸੀਂ ਖੁਦਾ ਕੋਲੋਂ ਬਲ ਨੂੰ ਹਾਸਲ ਕਰਕੇ ਤੁਸੀਂ ਸੇਵਾ ਕਰ ਰਹੇ ਹੋ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਬੜਾ ਸਾਮਰਥੀ ਹੈ। ਮੈਂ ਤੁਹਾਨੂੰ ਪਹਿਲੇ ਦੱਸਿਆ, ਉਤਪਤੀ ਦੀ ਕਿਤਾਬ ਦੇ ਵਿੱਚ ਪਰਮੇਸ਼ਰ ਨੇ ਕਿਹਾ ਹੀ ਸੀ ਤਾਂ ਅੰਧੇਰਾ ਹਟ ਕੇ चानन हो गया। परमेश्वर ने सारी सृष्टि जो बनाई उसने अपने शब्दों के द्वारा बनाई। किस तरह बनाया? उसने कहा तो हो गया, उसने बोलिया सो हो गया। इसलिए नए नियम दे विच भी प्रभु यीशु मसीह की कह रहा सी, जा तेरे विश्वास ने तेनू चंगा किया। यायरस दी बेटी नू अपने वचन नू कल के चंगा किया। किन्ने ऐसे लोग हैं तुसी वचन ते विश्वास करोगे, आज खुदा दा वचन तुहाडे जीवनां दे विच काम करने पाए। हालेलुया। ए वचन खुदा दा कलाम एक दीवा है, दीवा है, दीवे दा काम चानन देना। पढ़ो अय्यूब 29 बाब और उसकी 3 आयत पढ़ांगे। द बुक ऑफ जॉब चैप्टर 29 वर्स 3। जद उदा दीवा मेरे सिर उत्ते लो करदा सी, जद उस दा दीवा मेरे सिर उत्ते लो करदा सी, जद मैं उदे चानन नाल हनेरे विच चलदा सां, जद मैं उसदे चानन नाल हनेरे विच भी चलदा सां। दूसरे शब्दां दे विच ਉਹਦਾ असली तर्जमा ਦੇ ਅਨੁਸਾਰ ਇਸ ਤਰ੍ਹਾਂ ਹੈ, जद तेरा चानन मेरे सिर ਦੇ ਉੱਤੇ रोशनी ਕੀਤਾ, मैं हनेरे ਦੇ ਵਿੱਚ ਵੀ ਚੱਲਣੇ ਪਾਇਆ, मैं हनेरे ਦੇ ਵਿੱਚ भी चलने पाया। जद तेरा चानन, तेरा प्रकाश मेरे सिर ਦੇ ਉੱਤੇ ਚਮਕਿਆ, मैं अंधेरे ਦੇ ਵਿੱਚ ਵੀ ਚੱਲਣੇ ਪਾਇਆ। ਇਹਦਾ ਕੀ ਅਰਥ ਹੈ? जद चानन परमेश्वर का कलाम साडे जीवन से नहीं सी, मैं हनेरे चो डरदा सी, हनेरे दे विच तुर नहीं सी सकदा। लेकिन जब परमेश्वर का कलाम साडे जीवन से आया, मैं हनेरे दे विच भी चलना शुरू कर दिता। हालेलुया। हालेलुया। किवें चलना शुरू किया? खुदा दा वचन ने मैनू दृढ़ किया, ना डर ना घबरा, मैं जो तेरे अंग संग हाँ। हालेलुया। परमेश्वर अपने वचन के द्वारा सानू दिलेरी देंदा रहा। पिछले हफ्ते असी एक बेटी की गवाही, जो पहली गवाही उसने दिता, उस गवाही नूं असी सुन रहे सां, किस तरह खुदा ने ਉਹਦੇ जीवन दे विच काम किया। पिछे वो मसीह ਉਹਦੇ माता पिता प्रभु दे विच चलदे सन, वो नहीं सी चलदी। शादी हुई, शादी के बावजूद भी वो प्रभु नूं नहीं कबूल किया। लेकिन ਉਹਦੇ घर दे अंदर जदों इन्नियां समस्यावां आईयां, ਉਹਦਾ पति शराबी, नशा करने वाला, इन्ना बुरे हालात सन। उसके माता पिता ने उसनूं नवा नियम दिता सी, उसने अपने अलमारी के अंदर रखा होया सी। लेकिन उसके दिल के अंदर आया, एक दिन मैं इस नवे नियम नूं पढ़ के ते देखा। जब उसने नवा नियम नूं पढ़ना शुरू किया, जिवें स्पैन ने बोलिया, किन्नी देर रात नो, किन्ने घंटे लगातार वो वचन नूं पढ़दी गई, उसनूं शांति मिलदी गई। हालेलुया। हालेलुया। ये वचन सच है, ये वचन सच है। जब तुसी खुदा दे कलाम नूं पढ़दे हो, परमेश्वर दे वचन नूं सुनदे हो, ऑटोमैटिकली विश्वास तुहाडे दिलां दे अंदर आना शुरू कर देंदा है। हालेलुया। इसलिए खुदा दा वचन कहंदा है, विश्वास सुनने से और सुनना मसीह के वचन से, सुनना मसीह के वचन से। विश्वास किवें आएगा? सुनन दे द्वारा। और सुनना की है? परमेश्वर का वचन। चुगलियां दे द्वारा विश्वास नहीं आएगा।
ਇੱਧਰ ਉੱਧਰ ਦੀਆਂ ਕਹਾਣੀਆਂ ਦੇ ਦੁਆਰਾ ਵਿਸ਼ਵਾਸ ਨਹੀਂ ਆਏਗਾ, ਆਪਣੀ ਵਡਿਆਈ ਕਰਨ ਦੇ ਦੁਆਰਾ ਵਿਸ਼ਵਾਸ ਨਹੀਂ ਆਏਗਾ। ਵਿਸ਼ਵਾਸ ਸੁਣਨ ਤੋਂ ਔਰ ਸੁਣਨਾ ਮਸੀਹ ਦੇ ਵਚਨ ਤੋਂ ਹੀ ਆਏਗਾ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਜਦ ਤੱਕ ਇਹ ਵਚਨ ਸਾਡੇ ਦਿਲਾਂ ਦੇ ਅੰਦਰ ਨਹੀਂ ਜਾਏਗਾ ਇਹ ਅਸਰ ਨਹੀਂ ਕਰੇਗਾ। ਇਹ ਸੱਚ ਹੈ। ਪਰਮੇਸ਼ਰ ਦਾ ਕਲਾਮ ਵਚਨ ਇੱਕ ਬੀਜ ਹੈ, ਉਸ ਦੇ ਬਾਰੇ ਸਾਨੂੰ ਦੱਸਦਾ ਹੈ। ਜਿਹੜਾ ਬੀਜ ਸੜਕ ਦੇ ਪਹੇ ਤੇ ਡਿੱਗਿਆ, ਆਕਾਸ਼ ਦੇ ਪੰਛੀ ਆਏ ਉਸ ਨੂੰ ਉਠਾ ਕੇ ਲੈ ਗਏ। ਜਿਹੜਾ ਬੀਜ ਕੰਡਿਆਲਿਆਂ ਦੇ ਵਿੱਚ ਡਿੱਗਿਆ, ਉੱਗਿਆ ਜ਼ਰੂਰ ਹੈ, ਕੰਡਿਆਂ ਨੇ ਉਸ ਨੂੰ ਦਬਾ ਦਿੱਤਾ। ਜਿਹੜਾ ਬੀਜ ਪਥਰੀਲੀ ਜ਼ਮੀਨ 'ਚ ਡਿੱਗਿਆ, ਝੱਟ ਉੱਗਿਆ, ਫਿਰ ਖਤਮ ਹੋ ਗਿਆ ਕਿਉਂਕਿ ਜੜ ਨਹੀਂ ਫੜਿਆ। ਲੇਕਿਨ ਜਿਹੜਾ ਬੀਜ ਅੱਛੀ ਜ਼ਮੀਨ 'ਚ ਡਿੱਗਿਆ, 30 ਗੁਣਾ 60 ਗੁਣਾ 100 ਗੁਣਾ ਫਲ ਲੈ ਕੇ ਆਇਆ। ਬੀਜ ਦੇ ਵਿੱਚ ਕੋਈ ਕਮੀ ਨਹੀਂ ਸੀ, ਬੀਜ ਦੀ ਕੋਈ ਗਲਤੀ ਨਹੀਂ ਹੈ। ਕਮੀ ਉਸ ਜ਼ਮੀਨ ਦੀ ਹੈ, ਉਸ ਨੂੰ ਗ੍ਰਹਿਣ ਕਰ ਪਾ ਰਿਹਾ ਜਾਂ ਨਹੀਂ ਕਰ ਪਾ ਰਿਹਾ। ਪਿਆਰੇ ਅਜ਼ੀਜ਼ੋ, ਇਹ ਵਚਨ ਇੱਕ ਦੀਵਾ ਹੈ। ਇਸ ਵਚਨ ਦੇ ਵਿੱਚ ਕੋਈ ਕਮੀ ਨਹੀਂ ਹੈ। ਆਪਣੇ ਦਿਲ ਨੂੰ ਤੁਸੀਂ ਝਾੜੀ ਬਣਾ ਰਹੇ ਹੋ, ਪੱਥਰ ਜ਼ਮੀਨ ਬਣਾ ਰਹੇ ਹੋ, ਜਾਂ ਸੜਕ ਤੇ ਪਹੇ ਨੂੰ ਬਣਾ ਰਹੇ ਹੋ, ਜਾਂ ਚੌਥਾ ਤੁਸੀਂ ਆਪਣੇ ਦਿਲ ਨੂੰ ਨਰਮ ਕਰੋ, ਇਹ ਬੀਜ ਜ਼ਰੂਰ ਅਸਰ ਕਰੇਗਾ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਇਹ ਬੀਜ ਜ਼ਰੂਰ ਅਸਰ ਕਰੇਗਾ ਕਿਉਂਕਿ ਵਚਨ ਜਿਹੜਾ ਹੈ ਜਦ ਸਾਡੇ ਦਿਲਾਂ ਦੇ ਵਿੱਚ ਆਉਂਦਾ ਹੈ, ਸਾਨੂੰ ਹਨੇਰਾ ਔਰ ਚਾਨਣ ਦੇ ਵਿੱਚ ਫਰਕ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਹੀ ਹੈ। ਜਦ ਵਿਅਕਤੀ ਕੋਈ ਇਸ ਪ੍ਰਕਾਰ ਨਾਲ ਕਹੇ, ਮੈਂ ਪਹਿਲੇ ਵੀ ਕਿਹਾ, ਜਦ ਕਈ ਵਾਰੀ ਅਸੀਂ ਕਹਿੰਦੇ ਆ ਸਾਡੇ ਮਨ ਦੇ ਅੰਦਰ ਇੱਕ ਵਿਚਾਰ ਆਇਆ, ਕਈ ਲੋਕ ਇਸ ਪ੍ਰਕਾਰ ਸਾਰੇ ਇੱਕ ਜੈਸੇ ਹੈ, ਸਾਰੇ ਇੱਕੋ ਜਿਹੇ ਸਾਰੇ ਇੱਕੋ ਜਿਹੇ ਹੈ। ਇਹ ਕਹਾਣੀ ਉਸ ਤਰ੍ਹਾਂ ਦੀ ਹੈ, 4 ਅੰਨੇ ਗਏ ਹਾਥੀ ਨੂੰ ਲੱਭਣ ਦੇ ਲਈ। ਉਹਨਾਂ ਦਾ ਜਿਹੜਾ ਉਹ ਮਾਸਟਰ ਸੀ, ਉਹਨਾਂ ਨੂੰ ਕਿਹਾ, ਹਾਥੀ ਨੂੰ ਦਿਖਾ ਕੇ ਕਿਹਾ, ਇਹ ਮੈਨੂੰ ਦੱਸੋ ਹਾਥੀ ਕੈਸਾ ਹੈ। ਇੱਕ ਅੰਨੇ ਨੇ ਜਾ ਕੇ ਉਹਦੀ ਲੱਤ ਫੜ ਲਈ, ਕਹਿੰਦਾ ਹਾਥੀ ਜਿਹੜਾ ਹੈ ਨਾ ਇੱਕ ਬਹੁਤ ਵੱਡਾ ਬੁਰਜ ਹੈ, ਬਹੁਤ ਵੱਡਾ ਬੁਰਜ ਹੈ। ਦੂਸਰੇ ਨੇ ਪੁੱਛਿਆ ਅੰਨੇ ਨੂੰ ਹਾਥੀ ਕੈਸਾ ਹੈ, ਉਹਨੇ ਤੇ ਪੇਟ ਨੂੰ ਹੱਥ ਲਾ ਕੇ ਕਹਿੰਦਾ ਹਾਥੀ ਜਿਹੜਾ ਨਾ ਉਹ ਕੰਧ ਵਰਗਾ ਹੈ। ਤੀਸਰੇ ਨੇ ਪੁੱਛਿਆ ਉਹਦੇ ਕੰਨਾਂ ਨੂੰ ਹੱਥ ਲਾ ਕੇ ਪੁੱਛਿਆ ਹਾਥੀ ਕੈਸਾ ਹੈ, ਕਹਿੰਦਾ ਬਹੁਤ ਵੱਡਾ ਟੋਕਰਾ ਹੈ। ਚੌਥੇ ਨੇ ਪੁੱਛਿਆ ਉਹਦੀ ਸੁੰਡ ਨੂੰ ਹੱਥ ਲਾਇਆ, ਕਹਿੰਦਾ ਹਾਥੀ ਕੈਸਾ ਹੈ, ਕਹਿੰਦਾ ਹਾਥੀ ਸੱਪ ਵਰਗਾ ਹੈ। ਕਿਸੇ ਨੂੰ ਵੀ ਅਸਲੀ ਨਹੀਂ ਪਤਾ। ਕਈ ਵਾਰੀ ਐਸੀ ਕਲਪਨਾ ਸਾਡੇ ਮਨ ਦੇ ਅੰਦਰ ਹੈ, ਇਹ ਵਿਚਾਰ ਲਾ ਜਾ, ਤੁਸੀਂ ਰੱਬ ਨੂੰ ਕਦੀ ਜਾਣ ਹੀ ਨਹੀਂ ਸਕਦੇ, ਰੱਬ ਨੂੰ ਕਦੀ ਤੁਸੀਂ ਮਿਲ ਨਹੀਂ ਸਕਦੇ, ਸਾਰੇ ਆਪਣੇ ਆਪਣੇ ਵਿਚਾਰ ਹੀ ਬੋਲ ਰਹੇ ਨੇ। ਕਈ ਲੋਕ ਕਹਿਣਗੇ ਸਭ ਇੱਕ ਜੈਸੇ ਹੈ। ਫਿਰ ਮੈਂ ਉਹਨਾਂ ਨੂੰ ਇਸ ਪ੍ਰਕਾਰ ਨਾਲ ਜਵਾਬ ਦੇਣਾ, ਜਦੋਂ ਲਾਈਟ ਚਲੇ ਜਾਏ, ਕੁੱਪ ਹਨੇਰਾ ਹੋ ਜਾਏ, ਸਮਝ ਲਓ ਕਮਰੇ ਦੇ ਅੰਦਰ ਕੁੱਪ ਹਨੇਰਾ, ਤੁਹਾਨੂੰ ਕੁਛ ਨਜ਼ਰ ਨਾ ਆਏ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਚੀਜ਼ ਕਿੱਥੇ ਪਈ ਹੈ, ਕਿਹੜੀ ਚੀਜ਼ ਕੀ ਹੈ। ਜਿੱਧਰ ਮਰਜ਼ੀ ਕੰਧਾਂ 'ਤੇ ਟੱਕਰਾਂ ਮਾਰਦੇ ਰਹੋਗੇ, ਤੁਹਾਨੂੰ ਕੁਝ ਵੀ ਸਮਝ ਨਹੀਂ ਆਣਾ, ਕੁਝ ਵੀ ਨਹੀਂ ਪਤਾ लगेगा। लेकिन जब चानन आएगा, रोशनी आएगी, लाइट आएगा, ਤੁਹਾਨੂੰ ਇੱਕ ਇੱਕ ਚੀਜ਼ ਵੱਖਰਾ ਵੱਖਰਾ ਨਜ਼ਰ ਆਏਗਾ। ਤੁਹਾਨੂੰ ਪਤਾ ਲੱਗੇਗਾ ਕਿ ਕੰਧ ਕਿੱਧਰ ਹੈ, ਤੁਹਾਨੂੰ ਪਤਾ ਲੱਗੇਗਾ ਮੇਰੀ ਫ੍ਰਿਜ ਕਿੱਧਰ ਹੈ, ਤੁਹਾਨੂੰ ਪਤਾ ਲੱਗੇਗਾ ਬੰਦਾ ਕਿੱਧਰ ਹੈ, ਤੁਹਾਨੂੰ ਪਤਾ ਲੱਗੇਗਾ ਕਿ ਇਹ ਗੋਰਾ ਕਿ ਕਾਲਾ ਹੈ, ਤੁਹਾਨੂੰ ਪਤਾ ਲੱਗੇਗਾ ਕਿ ਜਵਾਨ ਹੈ ਕਿ ਬੁੱਢਾ ਹੈ। ਕਿਉਂ? ਕਿਉਂਕਿ ਰੋਸ਼ਨੀ ਆਈ, ਸਭ ਕੁਝ ਫਰਕ ਪਤਾ ਲਗਾ ਦਿੱਤਾ। ਜਦ ਤੁਸੀਂ ਹਨੇਰੇ ਦੇ ਵਿੱਚ ਸੀ, जब वचन दा चानन तुहाडे अंदर नहीं सी, तुहाडे मन दे अंदर सब एक है। लेकिन जब खुदा दा वचन आया, तुहाडे दिलां दे अंदर रोशनी आई, सानू पता लगा कि नहीं, आकाश दे हेठां मनुक्खां दे विचकार केवल इक्को एक नाम दिता गया है जिस उसी बचाए जा सकते हैं, वो प्रभु यीशु मसीह दा नाम है। जब चानन साडे दिलां दे विच आया, सानू महसूस होना स्टार्ट हो गया, सानू पता लगना स्टार्ट होया, ऐ खुदावंदा तेथों परे मेरे किते होर भलाई नहीं। हालेलुया। जब खुदा दा वचन साडे दिलां दे विच आया, सानू समझ आना शुरू हो गया, ऐ रब्बा, ऐ खुदावंदा, जेड़े दूसरे दे मगर भजदे ने उन्हां दे कम वध जांदे ने, पर मैं तेरे नेड़े रहना मेरे लिए चंगा है। हालेलुया हालेलुया हालेलुया। हालेलुया। कई ऐसी जगह सन, कई ऐसे थावां सन जिथे कोई खुदा दा दास नहीं मिलिया, कई ऐसे लोग सन जिन्हां नूं कोई भी खुदा दा बंदा नजर नहीं आया, लेकिन एक कलाम दा वचन, एक कलाम, एक पवित्र बाइबल नूं जद पढ़िया सुनिया, उन्हां दा जीवन दे अंदर वचन काम करना शुरू कर गया। हालेलुया। प्रभु दा कलाम एक दीवा है, परमेश्वर दा वचन एक दीवा है। दूसरी गल ਅਸੀਂ ਦੇਖਾਂਗੇ ਕਿਹੜੀ ਚੀਜ਼ दीवा है। पढ़ो मत्ती दी इंजील 5 बाब 14, 15 और 16 आयत ਨੂੰ ਪੜਾਂਗੇ। The Gospel of Matthew, Gospel according to Matthew chapter 5 from verse 14 to 16। मत्ती 5 बाब 14 ਤੋਂ 16 ਆਇਤ ਨੂੰ ਪੜ੍ਹੀਏ। ਤੁਸੀਂ ਜਗਤ ਦੇ ਚਾਨਣ ਹੋ, ਜਿਹੜਾ ਨਗਰ ਪਹਾੜ ਉਤੇ ਵਸਦਾ। ਲਿਖਿਆ ਤੁਸੀਂ ਜਗਤ ਦੇ ਚਾਨਣ ਹੋ, ਜਿਹੜਾ ਨਗਰ ਪਹਾੜ ਉਤੇ ਵਸਦਾ, ਜਿਹੜਾ ਨਗਰ ਪਹਾੜ ਤੇ ਵਸਦਾ ਹੈ, ਉਹ ਗੁੱਝਾ ਨਹੀਂ ਰਹਿ ਸਕਦਾ। ਉਹ
ਗੁੱਝਾ ਨਹੀਂ ਰਹਿ ਸਕਦਾ ਗੁੱਝਾ ਨਹੀਂ ਰਹਿ ਸਕਦਾ ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਦੇ ਉੱਤੇ ਰੱਖਦੇ ਹਨ ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਲਿਖਿਆ ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਵਸਿਆ ਉਹ ਕਦੀ ਵੀ ਗੁੱਝਾ ਨਹੀਂ ਰਹਿ ਸਕਦਾ। ਹੁਣ ਅਸੀਂ ਜਿਸ ਥਾਂ 'ਚ ਰਹਿੰਦੇ ਹਾਂ ਇਸ ਨੂੰ ਪਲੇਨ ਏਰੀਆ ਕਹਿੰਦੇ ਆ। ਪਲੇਨ ਦਾ ਮਤਲਬ ਹੈ ਸਿੱਧਾ, ਕੋਈ ਪਹਾੜ ਪੂੜ ਨਜ਼ਰ ਨਹੀਂ। ਇਧਰੋਂ ਥੋੜਾ ਜਿਹਾ ਅੱਗੇ ਜਾਓ 80-90 ਕਿਲੋਮੀਟਰ ਜਦੋਂ ਪਠਾਨਕੋਟ ਵਾਲੇ ਪਾਸੇ ਜਾਓਗੇ ਤੁਹਾਨੂੰ ਪਹਾੜ ਨਜ਼ਰ ਆਣਾ ਸ਼ੁਰੂ ਹੋ ਜਾਵੇ। ਹਾਂ ਸਹੀ ਹੈ ਨਾ ਉਧਰ ਹੈ। ਲੇਕਿਨ ਸਾਡੇ ਇੱਧਰ ਜਲੰਧਰ ਔਰ ਜਿਹੜਾ ਸਾਡਾ ਏਰੀਆ ਹੈ ਇਸ ਨੂੰ ਪਲੇਨ ਏਰੀਆ ਕਿਹਾ ਜਾਂਦਾ ਹੈ। ਪਲੇਨ ਏਰੀਆ ਦੇ ਵਿੱਚ ਪਹਾੜ ਨਜ਼ਰ ਨਹੀਂ ਆਉਂਦੇ, ਇਸ ਲਈ ਕਈ ਵਾਰੀ ਕਈਆਂ ਨੇ ਪਹਾੜ ਦੇਖੇ ਨਹੀਂ तो इसलिए उन्होंने कई बार समझ नहीं आएगा। मैं एक छोटी मिसाल तुहानू देना। मैं जिथे पढ़िया हाँ देहरादून वो खाई च सी। दून का मतलब होता खाई, दून देहरादून खाई वाली थां। मसूरी 30 किलोमीटर ऊपर है, पहाड़ ते वसिया। दिने कोई नज़र नहीं आता मसूरी किथे है, कुछ नहीं पता लगता। असी नीचे रहिंदे सी, पढ़दे सी, जदों रात होना पहाड़ां ते लाइटां चमकनियां, लाइट चमकते सन। सो असी नीचे बैठ के असी कहना ओ मसूरी जग पिया, ओ मसूरी जग पिया, ओ मसूरी जग पिया। दिन दे वेले कुछ नज़र नहीं आता, रात होनी किसी ने भी अपनी लाइटां जगानियां, स्ट्रीट लाइट जगनी, मॉल्स जगने, ओदी रोशनी नीचे तक नज़र आना, असी कहना ओ मसूरी जग पिया। ये सच है। एक मसीही जीवन दुनिया के लेवल दे नाल नहीं है। खुदा ने सानू एक उपरले थां च रखिया। तुसी कदे भी गुज्जे रह नहीं सकदे। हालेलुया। तुसी कदे भी गुज्जे नहीं रह सकते। जे प्रभु ने सानू चुनिया गुज्जे हो के रहन दी लोड़ नहीं। परमेश्वर दे विच हुंदे होए खुदा दी वडियाई लोकां दे सामने करना। मैं प्रभु दा हां, प्रभु ने मैनू चुनिया है। हालेलुया हालेलुया हालेलुया। वचन सानू सिखांदा है मसीह जीवन की एक दीवा है। दूसरे जगह दे विच इस प्रकार नाल लिखिया ਤੁਹਾਡੀ ਅੱਖ शरीर ਦਾ ਇੱਕ ਦੀਵਾ ਹੈ। ਤੁਹਾਡਾ ਅੱਖ शरीर ਦਾ ਦੀਵਾ ਹੈ। ਤੁਹਾਡਾ ਅੱਖ शरीर ਦਾ ਕੀ ਹੈ? ਦੀਵਾ ਹੈ। ਜੇਕਰ ਇਹ ਅੱਖ ਹਨੇਰਾ ਹੋ ਜਾਏ ਫਿਰ ਕਿਹੜਾ ਕੋ ਹਨੇਰਾ ਹੈ? यानी कि जे मसीह जीवन अंधेरा हो जाए फिर कितना को हनेरा है? फिर बहुता ही हनेरा हो गया ना। बाहर ते लोग हनेरे च ने, जिन्होंने चानन पाया जे वो भी हनेरे च चलन फिर कितना को हनेरा है? बहुत हनेरा है। गलातियां दी पत्री 3 बाब उसी 3 आयत नूं पढ़ो। पौलुस रसूल लिखदा है तुसी आत्मा तो शुरू करके शरीर दे विच क्यों जीवन बिता रहे हो? पढ़ो गलातियां 3:3। क्या तुम ऐसे निर्बुद्धि हो कि आत्मा की रीति पर आरंभ करके अब शरीर की रीति पर अंत करोगे? लिखिया तुसी आत्मा तो शुरू करके शरीर दे विच अंत करोगे। समाप्त करोगे। ओदा अर्थ की सी? दीवा जगे या बुझे तुहाडे उत्ते है। दीवा जगे या बुझे, या बुझे किहदे हत्थ विच है? साडे हाथ विच। तुहाडे हत्थ विच है। परमेश्वर का कलाम तुहानू और मैनू अज चेतावनी दे रहा है। विश्वासियों जो दीवा परमेश्वर ने साडे जिंदगी दे विच बालिया है यह दीवा बुझने ना पाए। हालेलुया। यह दीवा बुझने ना पाए। मसीह जीवन दे अंदर दीवा बुझने ना पाए। एक मैं मिसाल तुहानू देना। सुलेमान और शिमशोन दी कहानी है। सुलेमान दी शुरुआत कैसी हुई? बड़ी जबरदस्त ओदी शुरुआत है। सुलेमान ने तुसी पढ़ के देखो उसने बुद्ध अकल ज्ञान किस को पाया सी? परमेश्वर तो लो। जब परमेश्वर उसने मिलिया लिखिया उसने 2 वारी सुलेमान को खुदा ने दर्शन दिता। दोनों बार जब खुदा ने उसने दर्शन दिता परमेश्वर उस नाल गलबात कर रहे है। सुलेमान को उसने बुद्ध मंगया, उस कोल सब कुछ सी। पैसा उहदे कोल, तन उस कोल, वैभव शौर्यत सब कुछ उहदे कोल है। राजा है, पदवी है, उच्चा नाम है, पिता दी विरासत है। कोई पूछे तू कौन है? कह मैं दाऊद दा बेटा हाँ। बड़ी वड्डी विरासत उहदे कोल है। लेकिन बलदा होया दीवा जिसने परमेश्वर दे पवन नू बनाया। परमेश्वर दे पवन नू बनाया। खुदा दे पवन नू बनाने वाला कौन सी? सुलेमान। दाऊद नहीं सी, ओदा बेटा सुलेमान सी। लेकिन वचन दे विच लिखिया दाऊद दा बुद्ध जद फिर गया दीवा बुझदा ही गया। सुलेमान दा दीवा जदों बुझिया बुझदा ही गया, बाद चों नहीं बलिया।
ਬਾਅਦ ਚ ਨਹੀਂ ਬਲਿਆ। ਉਸਨੇ ਗੈਰ ਕੌਮਾਂ ਵਿੱਚ ਸ਼ਾਦੀਆਂ ਕੀਤੀਆਂ। ਮਿਸਰ ਤੋਂ ਉਸਨੇ ਕੋੜੇ ਲੈ ਕੇ ਆਇਆ। ਜਿੱਥੋਂ ਖੁਦਾ ਨੇ ਉਸਨੂੰ ਕਿਹਾ ਸੀ ਮਿਸਰ ਤੋਂ ਕੋੜੇ ਨਾ ਲੈ ਕੇ ਆਣਾ, ਉਸ ਨੂੰ ਕਿਹਾ ਗਿਆ ਸੀ ਕਿ ਤੂੰ ਮਿਸਰ ਦੇ ਵਿੱਚ ਕਿਤੇ ਵੀ ਆਪਣਾ ਰਿਸ਼ਤਾ ਨਾ ਬਣਾਣਾ। ਉਸਨੇ ਸ਼ਾਦੀਆਂ ਕੀਤੀਆਂ। ਪਿਆਰੇ ਰੱਬ ਦੇ ਲੋਕੋ, ਵਚਨ ਨੂੰ ਜਾਣਨ ਦੇ ਬਾਵਜੂਦ ਵੀ ਉਸਨੇ ਉਹ ਬਿਜ਼ਨਸ ਕੀਤਾ। ਵਚਨ ਨੂੰ ਜਾਣਨ ਤੋਂ ਬਾਅਦ ਵੀ ਉਸਨੇ ਉਹ ਰਿਲੇਸ਼ਨਸ ਬਣਾਏ ਜੋ ਪਰਮੇਸ਼ਰ ਦੇ ਵਚਨ ਦੇ ਬਿਲਕੁਲ ਉਲਟ ਸਨ। ਸਮਝ ਆ ਰਿਹਾ ਹੈ? ਸਮਝ ਆ ਰਿਹਾ ਹੈ? ਬੋਲੋ। ਪਰਮੇਸ਼ਰ ਨੂੰ ਜਾਣਨ ਤੋਂ ਬਾਅਦ ਉਸਨੇ ਉਹ ਬਿਜ਼ਨਸ ਕੀਤਾ ਜੋ ਪਰਮੇਸ਼ਰ ਦੇ ਵਚਨ ਦੇ ਉਲਟ ਸੀ। ਸੁਲੇਮਾਨ ਨੇ ਪਰਮੇਸ਼ਰ ਨੇ ਜਾਣਨ ਤੋਂ ਬਾਅਦ ਵੀ ਉਸਨੇ ਉਹ ਰਿਸ਼ਤੇ ਬਣਾਏ ਜੋ ਪਰਮੇਸ਼ਰ ਦੇ ਵਚਨ ਦੇ ਉਲਟ ਸੀ। ਦੀਵਾ ਬਲਿਆ ਕਿ ਬੁਝ ਗਿਆ? ਬੁਝ ਗਿਆ। ਵਚਨ ਚ ਲਿਖਿਆ ਸੁਲੇਮਾਨ ਜਦ ਬਜ਼ੁਰਗ ਹੋ ਗਿਆ ਉਸ ਦਾ ਮਨ ਪਰਮੇਸ਼ਰ ਤੋਂ ਫਿਰ ਗਿਆ। ਸਮਝ ਆ ਰਿਹਾ? ਸਮਝ ਆ ਰਿਹਾ? ਵਚਨ ਚ ਲਿਖਿਆ ਅੱਖ ਸਰੀਰ ਦਾ ਦੀਵਾ ਹੈ। ਅੱਖ ਸਰੀਰ ਦਾ ਦੀਵਾ। ਮੇਰੇ ਪਿਆਰੇ ਖੁਦਾ ਦੇ ਲੋਕੋ, ਪਰਮੇਸ਼ਰ ਦਾ ਵਚਨ ਅੱਜ ਤੁਹਾਨੂੰ ਸਿਖਾ ਰਿਹਾ ਹੈ ਤੁਹਾਡਾ ਦੀਵਾ ਬੁਝਿਆ ਤੇ ਨਹੀਂ। ਕਈ ਵਾਰੀ ਕਈ ਲੋਕ ਕਹਿੰਦੇ ਗਿਰਾਵਟ ਯਕਦਮ ਹੋ ਗਿਆ। ਐਸਾ ਨਹੀਂ ਹੁੰਦਾ। ਸੁਣ ਰਹੇ ਹੋ? ਗਿਰਾਵਟ ਕਦੀ ਵੀ ਯਕਦਮ ਨਹੀਂ ਹੁੰਦੀ। ਯਕਦਮ ਨਹੀਂ ਆਂਦੀ। ਸਾਰੇ ਮੇਰੇ ਪਿੱਛੇ ਬੋਲੋ, ਗਿਰਾਵਟ ਕਦੀ ਯਕਦਮ ਨਹੀਂ ਹੁੰਦੀ। ਗਿਰਾਵਟ ਕਦੇ ਯਕਦਮ ਨਹੀਂ ਹੁੰਦੀ। ਜੇਕਰ ਕੋਈ ਸੋਚੇ ਖੁਦਾ ਤੋਂ ਇੱਕਦਮ ਪਿੱਛੇ ਹਟ ਗਿਆ, ਨਹੀਂ ਹੁੰਦਾ ਨਾ। ਹੌਲੀ ਹੌਲੀ। ਕਿਸ ਤਰ੍ਹਾਂ? ਹੌਲੀ ਹੌਲੀ। ਹੌਲੀ ਹੌਲੀ ਦੀਵਾ ਬੁਝਦਾ ਹੈ। ਜੇ ਬੁਝਦੇ ਦੀਵੇ ਨੂੰ ਉਸੇ ਵੇਲੇ ਤੇਲ ਪਾ ਕੇ ਮੁਰੰਮਤ ਕਰਕੇ ਸਹੀ ਰੱਖਿਆ, ਦੀਵਾ ਬਲੇਗਾ। ਜੇ ਤੁਸੀਂ ਲਾਪਰਵਾਹੀ ਕੀਤੀ, ਦੀਵਾ ਬੁਝਦਾ ਬੁਝਦਾ ਸਭ ਕੁਝ ਖਤਮ ਹੋ ਜਾਏਗਾ। ਸ਼ਿਮਸ਼ੋਨ ਦਾ ਦੀਵਾ ਕਿਵੇਂ ਬੁਝਿਆ ਸੀ? ਸ਼ਿਮਸ਼ੋਨ ਦਾ ਦੀਵਾ ਕਿਵੇਂ ਬੁਝਿਆ? ਸ਼ਿਮਸ਼ੋਨ ਜਾ ਕੇ ਦਲੀਲਾ ਦੀ ਗੋਦ ਵਿੱਚ ਚਲਾ ਗਿਆ। ਉਸਨੇ ਆਪਣੇ ਸ਼ਕਤੀ ਦੇ ਸਾਰੇ ਪੇਤ ਉਸ ਨੂੰ ਖੋਲ ਕੇ ਦੱਸਦੇ। ਜਦ ਛੁਰਾ ਫਿਰ ਗਿਆ ਉਹਦੇ ਸਿਰ ਤੇ, ਉਹਨੂੰ ਲਿਖਿਆ ਪਰਮੇਸ਼ਰ ਦਾ ਆਤਮਾ ਸ਼ਿਮਸ਼ੋਨ ਕੋਲੋਂ ਚਲਾ ਗਿਆ ਔਰ ਸ਼ਿਮਸ਼ੋਨ ਨੂੰ ਪਤਾ ਵੀ ਨਹੀਂ ਲੱਗਾ। ਸਮਝ ਰਹੇ ਹੋ? ਸਮਝ ਆ ਰਿਹਾ? ਸ਼ਿਮਸ਼ੋਨ ਕੋਲੋਂ ਖੁਦਾ ਦਾ ਆਤਮਾ ਚਲਾ ਗਿਆ ਔਰ ਸ਼ਿਮਸ਼ੋਨ ਨੂੰ ਪਤਾ ਵੀ ਨਾ ਲੱਗਾ। ਪਤਾ ਵੀ ਨਹੀਂ ਲੱਗਾ। शाऊल तो खुदा दी हजूरी चले गई, उसनु पता भी ना लग गया। क्यों नहीं पता लगा? कैजुअलनेस, नॉट बीइंग सीरियस। ऐसा क्यों होया? क्योंकि खुदा दी हजूरी नु तुच्छ जानिया, उसनु सीरियसली नहीं लिया। तुसी कई बारी प्रभु दे हजूरी च आंदे हो, इसनु कदी भी लापरवाही दे नाल कदी भी ना लेना, नहीं तो एक दिन आएगा दीवा बुझ जाएगा। एक दिन आएगा दीवा बुझ जाएगा। पर वचन सानू कहंदा है तुहाडा दीवा बलदा रहे, तुहाडे लक कसे रहन। हालेलुया, हालेलुया, हालेलुया। एक अख दी नजर बुरी पई, आदम और हवा नू किना भुगतना पिया। एक अख दी नजर बुरी पई, लूत दी पत्नी नू किना भुगतना पिया। एक अख दी नजर दाऊद दी बुरी पई, कितना बुरा पे उसनु बच्चा गवाना पिया। तुहाडा अख शरीर दा दीवा है। प्रभु नु कहना, प्रभु जी इन्हां अखां उत्ते तेरा कब्जा हो जाए, ए मसीह जीवन दे उत्ते तेरा कब्जा हो जाए। हालेलुया। मैं पिछे नु नहीं, मैं अगे नु वधदा जावां। हालेलुया। इसलिए वचन दे विच लिखिया प्रभु दे विच और दे शक्ति दे प्रभाव दे विच अगे नु ਵਧਦੇ जाओ। हालेलुया, हालेलुया, हालेलुया। हालेलुया। मेरे प्यारे रब दे लोगो, मसीही जीवन एक दीवा है। वचन च लिखिया वो नीचे नहीं, उसनू ऊपर रखा जाता है। खुदा ने तुहाडा पोजीशन इसलिए रखा ताकि तुसीं ऊपर रह के दूसरिਆਂ ਨੂੰ ਚਾਨਣ ਦੇ ਸਕੋ, ਉਹਨਾਂ ਨੂੰ ਆਪਣੇ ਵਾਂਗੂ ਬਣਾ ਸਕੋ, ਨਾ कि ਉਹਨਾਂ ਦੇ ਵਾਂਗੂ ਤੁਸੀਂ ਬਣ ਸਕੋ। समझ रहे हो? समझ आ रहा है? कई बार किन्ने लोग इस प्रकार, पास्टर जी झूठ बोलना ही पैंदा है। ਵਪਾਰ ਦੇ ਵਿੱਚ ਝੂਠ ਚੱਲਦਾ ਹੈ, ਥੋੜਾ ਬਹੁਤਾ ਤੇ ਚੱਲਦਾ ਹੈ। ਮੈਂ ਤੁਹਾਨੂੰ ਕਹਾਂ ਸ਼ੈਤਾਨ ਨੂੰ 1 ਇੰਚ ਜਗ੍ਹਾ ਦਿਓ, ਤੁਹਾਨੂੰ ਦੂਰ 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 ਲੈ ਜਾਏਗਾ। ਮਸੀਹ ਜੀਵਨ ਇੱਕ ਦੀਵਾ ਹੈ।
ਇੱਕ ਅੱਛਾ ਛਾਪ ਪ੍ਰਭੂ ਦੇ ਵਿੱਚ ਬਣਾ ਕੇ ਰੱਖੋ। ਆਈ ਅਸੀਂ ਆਖਰੀ ਪੜਾਂਗੇ ਇਹ ਦੀਵਾ ਕੀ ਹੈ। ਮੱਤੀ ਦੀ ਅੰਜੀਲ 25 ਬਾਬ, ਮੈਥਿਊ ਚੈਪਟਰ 25, ਮੱਤੀ ਦੀ ਅੰਜੀਲ 25 ਬਾਬ ਪਹਿਲੀ ਆਇਤ ਪੜੋ। ਉਸ ਉਸ ਵੇਲੇ ਵੇਲੇ ਸਵਰਗ ਦਾ ਰਾਜ 10 ਕੁਆਰੀਆਂ ਵਰਗਾ ਹੋਵੇਗਾ, ਜਿਹੜੀਆਂ ਆਪਣੀਆਂ ਮਸਾਲਾ ਲੈ ਕੇ ਲਾੜੇ ਦੇ ਮਿਲਣ ਨੂੰ ਨਿਕਲੀਆਂ, ਅਤੇ ਉਹਨਾਂ ਵਿੱਚੋਂ 5 ਤਾਂ ਮੂਰਖ ਅਤੇ 5 ਚਤਰ ਸਨ। ਕਿਉਂਕਿ ਜਿਹੜੀਆਂ ਮੂਰਖਨੀਆਂ ਸਨ ਉਹਨਾਂ ਨੇ ਆਪਣੀਆਂ ਮਸਾਲਾ ਤਾਂ ਲੈ ਲਈਆਂ, ਪਰ ਤੇਲ ਆਪਣੇ ਨਾਲ ਨਾ ਲਿਆ। ਹਾਂਜੀ। ਪਰ ਚਤਨਾ ਨੇ ਆਪਣੇ ਪਾਂਡਿਆਂ ਵਿੱਚ ਤੇਲ ਆਪਣੇ ਮਸਾਲਾ ਨਾਲ ਲੈ ਲਿਆ। ਹਾਂ। ਅਤੇ ਜਦ ਲਾੜੇ ਨੇ ਚਿਰ ਲਾਇਆ, ਉਹ ਸਭ ਊਂਘ ਪਈਆਂ ਅਤੇ ਸੋ ਗਈਆਂ। ਹਾਂ। ਅਤੇ ਅੱਧੀ ਰਾਤ ਨੂੰ ਤੁਮ ਪਈ, ਅੱਧੀ ਰਾਤ ਨੂੰ ਤੁਮ ਪਈ। ਉਹ ਲਾੜਾ ਆਇਆ। ਹਾਂ। ਉਹਦੇ ਮਿਲਣ ਨੂੰ ਨਿਕਲੋ। ਹਾਂਜੀ। ਤਦ ਉਹਨਾਂ ਸਭਨਾ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸਾਲਾ ਤਿਆਰ ਕੀਤੀਆਂ। ਹਾਂ। ਅਤੇ ਮੂਰਖਾਂ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਹਾਂ। ਕਿਉਂ ਜੋ ਸਾਡੀਆਂ ਮਸਾਲਾ ਬੁਝਦੀਆਂ ਜਾਂਦੀਆਂ ਹਨ। ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ। ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ। ਪੜੋ। ਪਰ ਚਤਰਾ ਨੇ ਉੱਤਰ ਦਿੱਤਾ, ਨਾ ਕਿਤੇ ਸਾਡੇ ਤੇ ਤੁਹਾਡੇ ਲਈ ਥੁੜ ਨਾ ਜਾਵੇ, ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਿਓ। ਅਤੇ ਜਦ ਉਹ ਮੁੱਲ ਲੈਣ ਗਈਆਂ, ਲਾੜਾ ਆ ਪਹੁੰਚਿਆ, ਅਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਜਾ ਵੜੀਆਂ। ਹਾਂ। ਅਤੇ ਬੂਹਾ ਮਾਰਿਆ ਗਿਆ, ਬੂਹਾ ਬੰਦ ਕੀਤਾ ਗਿਆ। ਅਤੇ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ ਸਾਡੇ ਲਈ ਖੋਲ ਦਿਓ। ਹਾਂ। ਪਰ ਉਹਨੇ ਉੱਤਰ ਦਿੱਤਾ, ਉਸਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਮੈਂ ਹਾਂ, ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਮੈਂ ਤੁਹਾਨੂੰ ਨਹੀਂ ਮੈਂ ਪਛਾਣਦਾ। ਤੁਹਾਨੂੰ ਨਹੀਂ ਜਾਣਦਾ। ਇਸ ਕਰਕੇ ਜਾਗਦੇ ਰਹੋ, ਇਸ ਕਰਕੇ ਜਾਗਦੇ ਰਹੋ, ਕਿਉਂ ਜੋ ਤੁਸੀਂ ਨਾ ਉਸ ਦਿਨ ਕਿਉਂ ਜੋ ਤੁਸੀਂ ਨਾ ਉਸ ਦਿਨ ਨਾ ਉਸ ਕੜੀ ਨੂੰ ਜਾਣਦੇ ਨਾ ਹੋ। ਉਸ ਘੜੀ ਨੂੰ ਜਾਣਦੇ ਹੋ। ਇਹ ਦੀਵੇ ਦਾ ਅਰਥ ਕੀ ਹੈ? ਇਹ ਦੀਵਾ ਹਰੇਕ ਭਾਈ ਭੈਣ ਨੂੰ, ਵਿਸ਼ਵਾਸੀਆਂ ਨੂੰ ਦੂਸਰੀ ਆਮਦ ਦੀ ਤਿਆਰੀ ਦਾ ਦੀਵਾ ਹੈ। ਪ੍ਰਭੂ ਯਿਸੂ ਮਸੀਹ ਦੀ ਆਮਦ ਦਾ ਦੀਵਾ ਤਿਆਰੀ ਦਾ ਕੀ ਹੈ? ਦੀਵਾ। ਇੱਥੇ ਅਸੀਂ ਪੜ੍ਹਦੇ ਹਾਂ 5 ਮੂਰਖ ਕੁਵਾਰੀਆਂ ਸਨ, 5 ਚਤਰ ਸਨ। ਦੀਵੇ ਕਿਹਨਾਂ ਕੋਲ ਸਨ? ਮਸ਼ਾਲੇ ਕਿਹਨਾਂ ਕੋਲ ਸਨ? ਦੋਵਾਂ ਕੋ ਸਾਰਿਆਂ ਦੇ ਕੋਲ ਮਸ਼ਾਲਾ ਸਨ। ਸਾਰਿਆਂ ਦੇ ਕੋਲ ਮਸ਼ਾਲਾ ਸਨ। ਮਸ਼ਾਲਾ ਸਾਰਿਆਂ ਦੇ ਕੋਲ ਸਨ। ਸਾਰੇ ਤਿਆਰੀ ਕਰ ਰਹੇ ਨੇ, ਲਾੜਾ ਆਏਗਾ, ਦੁल्हा ਆਏਗਾ, ਕਿਸੇ ਵੀ ਵੇਲੇ ਆਏ, ਅਸੀਂ ਤਿਆਰ ਹੋ ਕੇ ਜਾਣਾ ਹੈ। ਲੇਕਿਨ ਜਿਹੜੇ ਸਿਆਣੇ ਸਨ ਉਹਨਾਂ ਨੇ ਸਿਰਫ ਮਸ਼ਾਲ ਨਹੀਂ ਲਈ, ਤੇਲ ਵੀ ਲਿਆ। ਮੂਰਖ ਜਿਹੜੇ ਸਨ ਮਸ਼ਾਲ ਲਈ, ਤੇਲ ਨਹੀਂ ਨਹੀਂ ਲਿਆ। ਲਿਆ। ਜਦ ਦੁल्हा ਆ ਗਿਆ, ਅਚਾਨਕ ਨਰਸਿੰਘਾ ਫੂਕਿਆ ਗਿਆ। ਜਿਨ੍ਹਾਂ ਨੇ ਤਿਆਰੀ ਕੀਤੀ ਉਹ ਚਲੇ ਗਏ, ਜਿਹੜੇ ਤਿਆਰੀ ਨਹੀਂ ਕੀਤੀ ਮੰਗਦੇ ਰਹਿ ਗਏ। ਕੀ ਕਰਦੇ ਰਹਿ ਗਏ? ਮੰਗਦੇ ਰਹਿ ਗਏ, ਸਾਨੂੰ ਵੀ ਦਿਓ, ਸਾਨੂੰ ਵੀ ਦਿਓ। ਕਦੀ ਉਹਨਾਂ ਕੋਲ ਗਏ ਜਿਨ੍ਹਾਂ ਕੋਲ ਸੀ, ਕਦੀ ਬਾਜ਼ਾਰਾਂ 'ਚ ਜਾਣ। ਜਦ ਤੱਕ ਆਏ ਦੁल्हा ਚਲਾ ਗਿਆ, ਦਰਵਾਜ਼ਾ ਬੰਦ ਹੋ ਗਿਆ। ਤੇਲ ਦੇ ਬਿਨਾ ਮਸ਼ਾਲ ਕੁਝ ਵੀ ਨਹੀਂ। ਮਸ਼ਾਲ ਨੂੰ ਖਾਲੀ ਲੈ ਕੇ ਤੁਰਨਾ ਕੋਈ ਫਾਇਦਾ ਨਹੀਂ ਜੇ ਤੇਲ ਨਾ ਹੋਵੇ, ਹੈ। ਤੇ ਪਵਿੱਤਰ ਆਤਮਾ ਤੇਲ ਨੂੰ ਪ੍ਰਗਟ ਕਰਦਾ ਹੈ। ਤੇਲ ਕਿਹਦੇ ਲਈ ਹੈ? ਵਚਨ ਦੇ ਵਿੱਚ ਲਿਖਿਆ, ਜਦ ਮਿਲਾਪ ਵਾਲਾ ਤੰਬੂ ਬਣਾਇਆ ਗਿਆ, ਹਾਰੂਨ ਔਰ ਉਸਦੇ ਬੱਚਿਆਂ ਨੂੰ ਇਹ ਹੁਕਮ ਦਿੱਤਾ ਗਿਆ, ਤੁਸੀਂ ਦੀਵਾ ਹਮੇਸ਼ਾ ਮਿਲਾਪ ਵਾਲੇ ਤੰਬੂ ਦੇ ਅੰਦਰ ਬਾਲ ਕੇ ਰੱਖਣਾ। ਇਹ ਦੀਵਾ ਉਸਦੀ ਸਾਫ਼ ਕਰਕੇ ਹਮੇਸ਼ਾ ਸ਼ੁਰੂ ਕੀ ਕਰਦੇ ਰਹਿਣਾ, ਇਹ ਦੀਵਾ ਬੁਝੇ ਨਾ। ਇਹਦਾ ਅਰਥ ਕੀ ਹੈ? ਬਹੁਤ ਸਾਰੇ ਲੋਕ ਪਵਿੱਤਰ ਆਤਮਾ ਦੇ ਦਾਨ ਨੂੰ ਪਾਇਆ, ਜਦ ਨਵੇਂ ਪ੍ਰਭੂ ਦੇ ਵਿੱਚ ਚੱਲੇ, ਬੜੇ ਜੋਸ਼ ਦੇ ਨਾਲ ਚੱਲੇ, ਹੌਲੀ ਹੌਲੀ ਜਿਵੇਂ ਉਮਰ ਬੀਤਦੀ ਗਈ, ਦੀਵਾ ਬੁਝਦਾ ਹੀ ਗਿਆ। ਸੋਚਿਆ ਮਸ਼ਾਲ ਤੇ ਹੈਗੀ ਹੈ, ਤੇਲ ਦੀ ਕੋਈ ਲੋੜ ਨਹੀਂ। ਮਸ਼ਾਲ ਤੇ ਹੈ, ਤੇਲ ਦੀ ਲੋੜ। ਚਰਚ ਤੇ ਜਾਂਦੇ ਆ, ਪਵਿੱਤਰ ਆਤਮਾ ਦੀ ਆਰਾਧਨਾ ਦੀ, ਪਵਿੱਤਰ ਆਤਮਾ ਦੀ ਕੋਈ ਲੋੜ ਨਹੀਂ। ਚਲੋ ਇੱਕ ਵਾਰੀ ਤੇ ਬੰਦਗੀ ਕਰਦੇ ਹੀ ਆ ਨਾ, ਹਾਜ਼ਰੀ ਤੇ ਲਗਾਉਂਦੇ ਹੀ ਆ ਨਾ, ਤੇਲ ਨਹੀਂ। ਮੇਰੇ ਪਿਆਰੇ ਖੁਦਾ ਦੇ ਲੋਕੋ, ਤੇਲ ਲੈਣਾ ਬਹੁਤ ਜ਼ਰੂਰੀ ਹੈ। ਤੇਲ ਕਦੀ ਖਰੀਦਿਆ ਨਹੀਂ ਜਾ ਸਕਦਾ, ਨਾ ਵੇਚਿਆ ਜਾ ਸਕਦਾ ਹੈ। ਪਰਮੇਸ਼ਰ ਦਾ ਆਤਮਾ ਦਾ ਮਸਾ ਨਾ ਤੁਸੀਂ ਖਰੀਦ ਸਕਦੇ ਹੋ, ਨਾ ਵੇਚ ਸਕਦੇ ਹੋ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਦੇ ਅਨੁਭਵ ਨੂੰ ਪਾ ਕੇ ਹਰ ਦਮ ਹਮੇਸ਼ਾ ਆਪਣੇ ਮਨ ਦੇ ਵਿੱਚ ਰਹਿਣਾ, ਮੈਂ ਤਿਆਰ ਰਵਾਂ, ਕਿਉਂਕਿ ਯਿਸੂ ਮਸੀਹ ਨੇ ਕਿਹਾ, ਮੈਂ ਚੋਰ ਦੇ ਵਾਂਗੂ ਆਵਾਂਗਾ। ਯਿਸੂ ਮਸੀਹ ਦੇ ਆਉਣ ਦਾ ਦਿਨ ਬਹੁਤ ਨਜ਼ਦੀਕ ਹੈ। ਉਹ ਕੜੀ ਆ ਪਹੁੰਚੀ, ਜਿਨ੍ਹਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ ਉਹ ਉਠਾਏ ਜਾਣਗੇ, ਜਿਹੜੇ ਆਲਸ ਕਰਦੇ ਰਹੇ ਉਹ ਰਹਿ ਜਾਣਗੇ। ਮੇਰੇ ਪਿਆਰੇ ਰੱਬ ਦੇ ਲੋਕੋ,
ਜੇ ਤੁਸੀਂ ਆਤਮਾ ਦਾ ਦਾਨ ਹੁਣ ਤੱਕ ਨਹੀਂ ਪਾਇਆ, ਇਸ ਆਤਮਾ ਦੇ ਇੱਕ ਵਾਰ ਫੇਰ ਮੈਨੂੰ ਬੇਦਾਰ ਕਰ, ਇੱਕ ਵਾਰ ਫੇਰ ਮੈਨੂੰ ਬੇਦਾਰ ਕਰ, ਇੱਕ ਵਾਰ ਫੇਰ ਮੇਰੇ ਉੱਤੇ ਆਪਣੀ ਆਤਮਾ ਨੂੰ ਉੰਡੇਲੋ। ਹਾਲੇਲੂਇਆ, 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 ਹਾਲੇਲੂਇਆ। ਮੈਂ ਕੱਲ ਵੀ ਬੋਲ ਰਿਹਾ ਸੀ, ਕਈਆਂ ਦਾ ਜੀਵਨ ਐਡਜਸਟਮੈਂਟ ਵਾਲਾ ਜੀਵਨ ਹੋ ਗਿਆ। ਕਿਹੜਾ ਜੀਵਨ? ਐਡਜਸਟਮੈਂਟ ਵਾਲਾ। ਐਡਜਸਟਮੈਂਟ ਦਾ ਕਿਸ ਤਰ੍ਹਾਂ ਹੈ? ਉਹਦਾ ਮਿਸਾਲ ਹੈ ਇਨਵਰਟਰ ਔਰ ਫੁੱਲ ਪਾਵਰ। ਬੜਾ ਫਰਕ ਹੈ। ਜਦੋਂ ਬੱਤੀ ਚਲੇ ਜਾਂਦੀ ਹੈ, ਜਦੋਂ ਸਰਦੀਆਂ ਦੇ ਦਿਨ ਹੁੰਦੇ ਹੈ, ਇਨਵਰਟਰ ਚੱਲਦਾ ਪਿਆ ਜਾਂ ਪਿੱਛੋਂ ਪਾਵਰ ਹੈ, ਕੁਝ ਪਤਾ ਨਹੀਂ ਲੱਗਦਾ, ਕੁਝ ਪਤਾ ਨਹੀਂ ਲੱਗਦਾ ਲਾਈਟ ਗਈ ਹੈ ਜਾਂ ਨਹੀਂ ਗਈ। ਕਿਉਂ? ਕਿਉਂਕਿ ਲਾਈਟ ਪਿੱਛੋਂ ਚਲੇ ਵੀ ਜਾਏ, ਇਨਵਰਟਰ ਦੇ ਤਾਕਤ ਨਾਲ ਚੱਲ ਰਿਹਾ ਹੈ। ਪਰ ਜਦੋਂ ਇਨਵਰਟਰ ਦੀ ਵੀ ਤਾਕਤ ਗੁੱਲ ਹੋ ਜਾਂਦੀ ਹੈ, ਫਿਰ ਪਤਾ ਲੱਗਦਾ ਓਹੋ ਬੱਤੀ ਆਈ ਸੀ, ਚਲੀ ਗਈ। ਐਸਾ ਕਈ ਲੋਕ ਵਿਸ਼ਵਾਸੀ ਜੀਵਨ ਜੀ ਰਹੇ ਨੇ, ਐਡਜਸਟਮੈਂਟ ਦੇ ਨਾਲ ਆਪਣਾ ਜੀਵਨ ਜੀ ਰਹੇ ਨੇ। ਮੇਰੇ ਪਿਆਰੇ ਰੱਬ ਦੇ ਲੋਕੋ, ਇਨਵਰਟਰ ਦੀ ਤਾਕਤ ਨਾਲ ਨਹੀਂ, ਫੁੱਲ ਪਾਵਰ ਦੇ ਨਾਲ ਜੀਣਾ। ਹਾਲੇਲੂਇਆ, ਹਾਲੇਲੂਇਆ। ਫੁੱਲ ਪਾਵਰ ਦੇ ਨਾਲ ਜੀਣਾ, ਪੂਰਨ ਰੀਤੀ ਨਾਲ ਪ੍ਰਭੂ ਦੀ ਸ਼ਕਤੀ ਦੇ ਵਿੱਚ ਹੋ ਕੇ ਜੀਓਗੇ। ਆਤਮਾ ਤੁਹਾਡੀ ਅਗਵਾਈ ਕਰੇਗਾ, ਕੀ ਸਹੀ ਹੈ ਕੀ ਗਲਤ ਹੈ, ਕਦੋਂ ਤੁਸੀਂ ਤਿਆਰ ਰਹਿਣਾ, ਕਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਆਪਣੇ ਆਪ ਨੂੰ ਸੰਪੂਰਨ ਕਰਨਾ। ਆइए ਅਸੀਂ ਸਾਰੇ ਆਪਣੀ ਅੱਖਾਂ ਨੂੰ ਬੰਦ ਕਰੀਏ। ਹਾਲੇਲੂਇਆ। ਤੁਹਾਡੇ ਦੀਵੇ ਬਲਦੇ ਰਹਿਣ, ਤੁਹਾਡੇ ਲੱਕ ਕਸੇ ਰਹਿਣ। ਅੱਜ ਖੁਦਾ ਦਾ ਵਚਨ ਤੁਹਾਨੂੰ ਇਸ ਪ੍ਰਕਾਰ ਨਾਲ ਸਿਖਾ ਰਿਹਾ ਹੈ। ਖੁਦਾ ਦਾ ਵਚਨ ਇੱਕ ਦੀਵਾ ਹੈ। ਜੇ ਤੁਸੀਂ ਇਸ ਦੀਵੇ ਨੂੰ ਬੁਝਾ ਦਿੱਤਾ, ਤੁਸੀਂ ਵਚਨ ਨੂੰ ਨਹੀਂ ਪੜ੍ਹ ਰਹੇ, ਅੱਜ ਤੋਂ ਵਚਨ ਪੜ੍ਹਨਾ ਸ਼ੁਰੂ ਕਰੋ। ਅੱਜ ਤੋਂ ਵਚਨ ਪੜ੍ਹਨਾ ਸ਼ੁਰੂ ਕਰੋ। ਅੱਜ ਤੋਂ ਖੁਦਾ ਦੇ ਕਲਾਮ ਨੂੰ ਸੁਣਨਾ ਸ਼ੁਰੂ ਕਰੋ। ਮਸੀਹ ਜੀਵਨ ਇੱਕ ਦੀਵਾ ਹੈ। ਜਦ ਤੱਕ ਤੁਸੀਂ ਦੂਸਰਿਆਂ ਨੂੰ ਗਵਾਹੀ ਨਹੀਂ ਦੋਗੇ, ਇਹ ਦੀਵਾ ਮੰਜੇ ਹੇਠ ਹੀ ਰੱਖਿਆ ਹੈ। ਜਦ ਤੱਕ ਤੁਸੀਂ ਮਸੀਹ ਜੀਵਨ ਗੁਪਤ ਰੀਤੀ ਨਾਲ ਜੀਓਗੇ, ਇਹ ਦੀਵਾ ਮੰਜੇ ਹੇਠ ਹੀ ਹੈ। ਪਰ ਪ੍ਰਭੂ ਨੇ ਤੁਹਾਨੂੰ ਮੰਜੇ ਹੇਠ ਨਹੀਂ ਰੱਖਿਆ, ਇਹ ਦੀਵਾ ਬੁਲਾਇਆ ਤਾਂ ਕਿ ਤੁਸੀਂ ਉੱਪਰਲੇ ਥਾਂ 'ਚ ਰਹਿ ਸਕੋ, ਤੁਹਾਡੀ ਰੋਸ਼ਨੀ ਦੂਸਰਿਆਂ ਤੱਕ ਪਹੁੰਚ ਸਕੇ, ਹਨੇਰ ਵਾਲੇ ਜੀਵਨ ਨੂੰ ਚਾਨਣ ਦੇ ਸਕੇ। ਸ਼ਾਖਾਂਦਾਲਾ ਰਾਰਾਬਾਲਾ, ਸ਼ਿਖਾਂਦਾਲਾ ਰਾਰਾਬਾਲਾ ਬਾਉਲਾ।